ਗੁੱਡ ਮਾਰਨਿੰਗ ਸਟੂਡੈਂਟ। ਲਾਸਟ ਟਾਈਮ ਆਪਾਂ ਟੋਪਿਕ ਡਿਸਕਸ ਕੀਤਾ ਸੀ OHE। OHE ਦੇ ਵਿੱਚ ਆਪਾਂ ਸਿੰਪਲ OHE ਡਿਸਕਸ ਕੀਤਾ ਸੀ, ਫਿਰ ਕੈਟਨਰੀ ਸਿਸਟਮ, ਫਿਰ ਆਪਾਂ ਉਹਦੇ 'ਚ ਆਟੋਮੈਟਿਕ ਟੈਂਸ਼ਨਿੰਗ ਡਿਵਾਈਸ ਜਿਹੜਾ ਉਹ ਡਿਸਕਸ ਕੀਤਾ ਸੀ ਵੀ ਉਹਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ ਅਤੇ ਕੀ ਹੁੰਦਾ ਆਟੋਮੈਟਿਕ ਟੈਂਸ਼ਨਿੰਗ ਡਿਵਾਈਸ। ਨੈਕਸਟ ਆਪਣਾ ਫਰਦਰ ਅੱਗੇ ਨੈਕਸਟ ਟੋਪਿਕ ਆ ਅਨਇੰਸੂਲੇਟਿਡ ਓਵਰਲੈਪ। ਅਨਇੰਸੂਲੇਟਿਡ ਓਵਰਲੈਪ ਕੀ ਹੁੰਦਾ? ਜਦੋਂ ਦੋ ਜਿਹੜੇ ਇਸ ਦੌਰਾਨ ਕੀ ਆ, ਦੋ ਕੰਟੈਕਟ ਵਾਇਰ ਨੂੰ ਆਪਸ ਦੇ ਵਿੱਚ ਪੈਰਲਲ ਮੂਵ ਕਰਾਇਆ ਜਾਂਦਾ ਫੋਰ ਵਨ ਸਪੈਨ। ਉਸ ਦੌਰਾਨ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਦੂਰੀ ਰੱਖੀ ਜਾਂਦੀ ਆ ਉਹ 200 mm ਮੇਨਟੇਨ ਰੱਖੀ ਜਾਂਦੀ ਆ ਫੋਰ ਮਤਲਬ ਕੰਪਲੀਟ ਸਪੈਨ ਦੇ ਵਿੱਚ ਜਿਹੜੇ ਉਹ ਡਿਸਟੈਂਸ ਮੇਨਟੇਨ ਰੱਖਿਆ ਜਾਂਦਾ ਵਾ। ਘੱਟੋ ਘੱਟ ਜਿਹੜਾ 200 mm ਮੇਨਟੇਨ ਰੱਖਦੇ ਆਪਾਂ, ਅਤੇ ਇਹਨੂੰ ਆਪਾਂ ਕਨੈਕਟਿੰਗ ਜੈਂਪਰ ਦੇ ਨਾਲ ਜੈਂਪਰ ਦੇ ਨਾਲ ਕਨੈਕਟ ਕਰਦੇ ਹਾਂ। ਇਹ ਆਪਣੇ ਦੋ ਟੈਂਸ਼ਨਿੰਗ ਲੈਂਥ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਅਤੇ ਇਹਦਾ ਜ਼ਰੂਰਤ ਕਿਉਂ ਪੈਂਦੀ ਹੈ ਆਪਾਂ ਨੂੰ ਅਨਇੰਸੂਲੇਟਿਡ ਓਵਰਲੈਪ ਦੀ? ਕਿਉਂਕਿ ਜਦੋਂ ਆਪਾਂ ਨੂੰ ਪਤਾ ਹੋਵੇ ਜਿਹੜੇ ਸਬਸਟੇਸ਼ਨ ਟੂ ਸਬਸਟੈਂਸ ਜਿਹੜਾ ਡਿਸਟੈਂਸ ਆ ਉਹ 30 to 40 ਕਿਲੋਮੀਟਰ ਹੁੰਦਾ ਵਾ। ਇਸ ਦੌਰਾਨ ਜੇ ਆਪਾਂ ਕੰਟੀਨਿਊਸ ਕੰਡਕਟਰ ਪਾਵਾਂਗੇ ਤਾਂ ਉਹਦਾ ਇੱਕ ਤਾਂ ਵੇਟ ਨੂੰ ਹੈਂਡਲ ਕਰਨਾ ਔਖਾ ਵਾ, ਇੰਨੇ ਕੰਡਕਟਰ ਨੂੰ ਜਿਹੜਾ ਪਾਉਣਾ ਜਦੋਂ ਆਪਾਂ ਇੰਸਟਾਲ ਕਰਨਾ ਵਾ, ਅਤੇ ਉਹਦਾ ਔਖਾ ਵਾ। ਅਤੇ ਉਹਦੇ ਨਾਲ ਡਰਮ ਦਾ ਸਾਈਜ਼ ਵੱਧ ਜਾਣਾ ਵਾ ਜਦੋਂ ਆਪਾਂ ਇੰਨਾ ਕੰਡਕਟਰ ਕੈਰੀ ਕਰਾਂਗੇ। ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਵਾ। ਫਰਦਰ ਅੱਗੇ ਆਪਾਂ ਜਿਹੜਾ ਆਟੋ ਟੈਂਸ਼ਨਿੰਗ ਡਿਵਾਈਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਵੀ ਟੈਂਪਰੇਚਰ ਵੇਰੀਏਸ਼ਨ ਜਾਂ ਸੈਗ ਦੇ ਨਾਲ ਜਿਹੜੀ ਉਹ ਪ੍ਰੋਬਲਮ ਤਾਂ ਆਪਾਂ ਨੂੰ ਆਉਣੀ ਆ। ਫਿਰ ਇਹਦੀ ਮੇਨਟੇਨੈਂਸ ਮੈਨੇਜਮੈਂਟ ਕਰਨ ਵਾਸਤੇ ਪ੍ਰੋਬਲਮ ਆਊਗੀ। ਸ਼ਡਿਊਲ ਰਿਪਲੇਸਮੈਂਟ ਕਰਨ ਵਾਸਤੇ ਜੇ ਕੋਈ ਚੀਜ਼ ਫੋਲਟ ਆ ਜਾਂਦੀ ਹੈ ਇੰਨੀ ਹਾਈ ਲੈਂਥ ਵਾਸਤੇ ਜਿਹੜੀ ਉਹ ਕੰਮ ਔਖਾ ਆਪਾਂ ਨੂੰ, ਠੀਕ ਆ। ਇਸ ਕਰਕੇ ਅਤੇ ਨੈਕਸਟ ਆਪਾਂ ਜਿਹੜਾ ਸੈਪਰੇਸ਼ਨ ਔਖੀ ਹੋ ਜਾਂਦੀ ਹੈ, ਜਿਵੇਂ ਲੂਪ ਲਾਈਨ ਆ ਉਹਨੂੰ ਅਲੱਗ ਕਰਨਾ ਜਾਂ ਯਾਰਡ ਲਾਈਨ ਨੂੰ ਅਲੱਗ ਕਰਨਾ, ਜਾਂ ਲੋਕੋਮੋਟਿਵ ਨੂੰ ਮੇਨਟੇਨੈਂਸ ਵਾਸਤੇ ਕਰਨਾ ਤਾਂ ਉਹਨੂੰ ਉਸ ਲਾਈਨ ਨੂੰ ਅਲੱਗ ਕਰਨ ਵਾਸਤੇ ਜਿਹੜੀ ਇਹ ਪ੍ਰੋਬਲਮ ਆਉਂਦੀ ਆ। ਅਤੇ ਇਸ ਦੌਰਾਨ ਜਿਹੜੇ ਫਿਰ ਆਪਾਂ ਨੂੰ ਫੋਲਟ ਕੰਡੀਸ਼ਨ ਵੀ ਘੱਟ ਜਾਂਦੀਆਂ ਵਾ, ਤਾਂ ਕਰਕੇ ਆਪਾਂ ਅਨਇੰਸੂਲੇਟਿਡ ਓਵਰਲੈਪ ਯੂਜ਼ ਕਰਦੇ ਹਾਂ। ਅਨਇੰਸੂਲੇਟਿਡ ਓਵਰਲੈਪ ਹੁੰਦਾ ਕੀ ਹੈ? ਬੇਸਿਕਲੀ ਓਵਰਲੈਪਿੰਗ ਕੀ ਹੁੰਦੀ ਆ, ਜਦੋਂ ਇਸ ਫਿਗਰ ਦੇ ਵਿੱਚ ਜਿਵੇਂ ਦਿੱਤਾ ਹੋਇਆ 3 ਸਪੈਨ ਦਿੱਤੇ ਹੋਏ ਆ 1 2 3, ਜਿਹੜਾ ਦੂਜਾ ਸਪੈਨ ਆ ਇਹਦੇ 'ਚ ਜਿਹੜੀ ਸਪਲਾਈ ਆ, ਦੋਨੇ ਸਪਲਾਈਆਂ ਜਿਹੜੀਆਂ ਪੈਰਲਲ ਮੂਵ ਕਰਦੀਆਂ ਆਪਸ ਦੇ ਵਿੱਚ, ਇਹਨਾਂ ਦਾ ਡਿਸਟੈਂਸ ਮੇਨਟੇਨ ਰੱਖਿਆ ਜਾਂਦਾ 200 mm ਆਪਸ ਦੇ ਵਿੱਚ, ਜਿਹੜਾ ਦੋਨੇ ਸਪਲਾਈਆਂ ਦਾ, ਚਾਹੇ ਪ੍ਰੀਵੀਅਸ ਸਪਲਾਈ ਹੈ ਚਾਹੇ ਨੈਕਸਟ ਸਪਲਾਈ ਹੈ ਜਿਹੜੀ। ਹੁਣ ਜਿਵੇਂ ਜਿਹੜਾ ਪੈਂਟੋਗ੍ਰਾਫ ਕੰਟੈਕਟ ਬਣਾ ਕੇ ਰੱਖਦਾ ਪਹਿਲਾਂ ਪ੍ਰੀਵੀਅਸ ਸਪਲਾਈ ਤੋਂ, ਜਿੱਥੇ ਆਪਣੀ ਇਕੱਲੀ ਇੱਕ ਸਪਲਾਈ ਆ, ਫਿਰ ਦੋਨਾਂ ਪੈਰਲਲੀ ਜਿਹੜਾ ਉਹ ਕੰਟੈਕਟ ਬਣਾਉਂਦਾ, ਅਤੇ ਫਿਰ ਅੱਗੇ ਜਿਹੜੀ ਨੈਕਸਟ ਸਪਲਾਈ ਆ ਉੱਥੋਂ ਸਪਲਾਈ ਲਾਈਨ ਉੱਥੋਂ ਕੰਟੈਕਟ ਬਣਾ ਕੇ ਫਰਦਰ ਅੱਗੇ ਮੂਵ ਕਰ ਜਾਂਦਾ ਵਾ। ਨੈਕਸਟ ਟੋਪਿਕ ਹੈਗਾ ਆਪਣਾ ਇੰਸੂਲੇਟਿਡ ਓਵਰਲੈਪ। ਇੰਸੂਲੇਟਿਡ ਓਵਰਲੈਪ 'ਚ ਕੀ ਹੁੰਦਾ ਇਹ ਵੀ ਓਵਰਲੈਪਿੰਗ ਹੀ ਹੈ। ਇਹਦੇ 'ਚ ਆਪਣਾ ਜਿਹੜਾ ਇੰਸੂਲੇਟਰ ਲੱਗਿਆ ਹੁੰਦਾ, ਪਹਿਲੋਂ ਜਿਹੜਾ ਡਿਸਕਸ ਕੀਤਾ ਅਨਇੰਸੂਲੇਟਿਡ ਓਵਰਲੈਪ, ਉਹਦੇ 'ਚ ਇੰਸੂਲੇਸ਼ਨ ਨਹੀਂ ਹੁੰਦੀ ਕੋਈ, ਇਹ ਸਪਲਾਈ ਸੇਮ ਹੁੰਦੀ ਹੈ, ਤਾਂ ਕਰਕੇ ਉਹੀ ਸਪਲਾਈ ਅੱਗੇ ਫਾਰਵਰਡ ਕਰਨੀ ਹੁੰਦੀ ਆ, ਆਪਾਂ ਉਹਨੂੰ ਕੰਟੈਕਟ ਬਣਾ ਕੇ ਅੱਗੇ ਆਪਣਾ ਉਹਨੂੰ ਮੂਵ ਕਰ ਦਿੰਦੇ ਹਾਂ। ਪਰ ਇਹਦੇ 'ਚ ਇੰਸੂਲੇਸ਼ਨ ਪ੍ਰੋਵਾਈਡ ਕਰਾਉਣੀ ਆਪਾਂ, ਕਿਉਂਕਿ ਜਿਹੜੀ ਸਪਲਾਈ ਉਹ ਡਿਫਰ ਹੁੰਦੀ ਆ। ਪਹਿਲੋਂ ਜਿਹੜੀ ਸਪਲਾਈ ਤੋਂ ਜਿਹੜਾ ਆਪਾਂ ਕੰਟੈਕਟ ਬਣਾਇਆ ਹੋਇਆ ਉਹ ਹੋਰ ਹੁੰਦੀ ਹੈ, ਨੈਕਸਟ ਸਪਲਾਈ ਹੋਰ ਹੁੰਦੀ ਹੈ। ਇਸ ਕਰਕੇ ਜਿਹੜੇ ਇਹਦੇ 'ਚ ਆਪਣੇ ਇੰਸੂਲੇਟਰ ਲਾਏ ਜਾਂਦੇ ਆ, ਇਹ ਇੰਸੂਲੇਟਰ ਦਾ ਆਪਾਂ ਕੰਟੈਕਟ ਜਿਹੜਾ ਲਾਈਨ ਦੇ ਨਾਲ ਬਣਾਉਣਾ ਉਹ ਕਿਹਦੀ ਹੈਲਪ ਦੇ ਨਾਲ, ਜਾਂ ਤਾਂ ਆਪਾਂ ਆਈਸੋਲੇਟਰ ਦੀ ਹੈਲਪ ਦੇ ਨਾਲ ਜਿਹੜੇ ਆਪਣੇ ਮੈਨੂਅਲ ਆਪਰੇਟ ਹੁੰਦੇ ਆ, ਜਾਂ ਇੰਟਰਪਟਰ ਦੀ ਮਦਦ ਦੇ ਨਾਲ, ਜਿਹੜੇ ਕਿ ਰਿਮੋਟ ਸੈਂਟਰ ਤੋਂ ਆਪਾਂ ਇਹਨਾਂ ਨੂੰ ਕਮਾਂਡ ਦਿੰਦੇ ਹਾਂ ਵਿਦ ਦਾ ਹੈਲਪ ਆਫ ਸਕਾਡਾ ਸਿਸਟਮ, ਉਹਦੇ ਨਾਲ ਆਪਾਂ ਇਹਨਾਂ ਨੂੰ ਆਪਰੇਟ ਕਰਾਉਂਦੇ ਹਾਂ, ਅਤੇ ਇਹਦੇ ਨਾਲ ਪੈਂਟੋਗ੍ਰਾਫ ਜਿਹੜਾ ਕੰਟੈਕਟ ਬਣਾ ਕੇ ਫਰਦਰ ਮੂਵ ਕਰਦਾ ਵਾ। ਇਹਨਾਂ ਦੀ ਲੋਕੇਸ਼ਨ ਕਿੱਥੇ ਹੁੰਦੀ ਹੈ, ਕਿੱਥੇ ਜਿਹੜੇ ਇਹ ਆਪਣੇ ਇੰਸੂਲੇਟਿਡ ਓਵਰਲੈਪ ਕੀਤੀ ਜਾਂਦੀ ਆ, ਜਿੱਥੇ ਵੀ ਆਪਣੀ ਕੋਈ ਸਬ ਸੈਕਸ਼ਨਿੰਗ ਪੈਰਲਲ ਪੋਸਟ ਹੁੰਦੀ ਆ, ਦੋ ਟੈਂਸ਼ਨ ਲੈਂਥਸ ਦੇ ਵਿੱਚ ਕਨੈਕਟੀਵਿਟੀ ਬਣਾਉਣ ਵਾਸਤੇ
ਵਿਦ ਦਾ ਹੈਲਪ ਆਫ ਇੰਟਰਪਟਰ ਦੇ ਮਦਦ ਦੇ ਨਾਲ ਆਪਾਂ ਕਨੈਕਟੀਵਿਟੀ ਬਣਾ ਕੇ ਜਿਹੜਾ ਇਹਨੂੰ ਯੂਜ਼ ਕਰਦੇ ਹਾਂ। ਨੈਕਸਟ ਹੋਰ ਕਿੱਥੇ ਯੂਜ਼ ਕਰਦੇ ਹਾਂ, ਜਿੱਥੇ ਆਪਾਂ ਜਿਹੜੀ ਸਬਸੈਕਸ਼ਨਿੰਗ ਪੈਰਲਲ ਪੋਸਟ ਦੀ ਅੱਗੇ ਐਲੀਮੈਂਟਰੀ ਸੈਕਸ਼ਨ ਬਣਾਇਆ ਜਾਂਦਾ, ਤਾਂ ਕਿ ਵੀ ਕਿਸੇ ਵੀ ਫੋਲਟ ਦੇ ਕੰਡੀਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਆਈਸੋਲੇਟ ਕਰਕੇ, ਆਪਸ ਦੇ ਵਿੱਚੋਂ ਆਈਸੋਲੇਟ ਕਰਕੇ ਆਪਾਂ ਕੋਈ ਵੀ ਰਿਪੇਅਰ ਜਾਂ ਮੇਨਟੇਨੈਂਸ ਕਰਕੇ ਅਤੇ ਫੋਲਟ ਕਲੀਅਰ ਕਰਕੇ ਫਰਦਰ ਅੱਗੇ ਆਪਾਂ ਨੂੰ ਸਪਲਾਈ ਨੂੰ ਚਲਾ ਸਕੀਏ। ਜਾਂ ਇਹਨੂੰ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਯਾਰਡ ਲਾਈਨ ਨੂੰ ਅਲੱਗ ਕਰਨ ਵਾਸਤੇ, ਲੂਪ ਲਾਈਨ ਨੂੰ ਅਲੱਗ ਕਰਨ ਵਾਸਤੇ, ਆਈਸੋਲੇਟ ਕਰਨ ਵਾਸਤੇ, ਜਾਂ ਲੋਕੋਮੋਟਿਵ ਦੀ ਮੇਨਟੇਨੈਂਸ ਵਾਸਤੇ ਉਹਨੂੰ ਲਾਈਨ ਨੂੰ ਆਈਸੋਲੇਟ ਕਰਨ ਵਾਸਤੇ ਜਿਹੜਾ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਆਪਾਂ ਨਿਊਟਰਲ ਸੈਕਸ਼ਨ ਵਾਸਤੇ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਨਿਊਟਰਲ ਸੈਕਸ਼ਨ ਨੈਕਸਟ ਟੋਪਿਕ ਆਪਣਾ, ਫਰਦਰ ਉਹਨੂੰ ਅੱਗੇ ਡਿਸਕਸ ਕਰਾਂਗੇ ਆਪਾਂ। ਨਿਊਟਰਲ ਸੈਕਸ਼ਨ ਹੁੰਦਾ ਕੀ ਹੈ? ਨਿਊਟਰਲ ਸੈਕਸ਼ਨ ਡਿਸਕਸ ਕਰਨ ਵਾਸਤੇ ਆਪਾਂ ਬੇਸਿਕ 'ਚ ਜਾਵਾਂਗੇ। ਆਪਾਂ ਜਿਹੜੀ ਸਪਲਾਈ ਯੂਜ਼ ਕਰਦੇ ਹਾਂ ਉਹ 25 kV ਸਿੰਗਲ ਸਪਲਾਈ, ਸਿੰਗਲ ਫੇਸ ਯੂਜ਼ ਕਰਦੇ ਹਾਂ। ਬਟ ਜਿਹੜੀ ਆਪਾਂ ਨੂੰ ਟਰਾਂਸਮਿਸ਼ਨ ਲਾਈਨਸ ਤੋਂ ਪਿੱਛੋਂ ਜਿਹੜੀ ਸਪਲਾਈ ਮਿਲਦੀ ਹੈ ਉਹ 3 ਫੇਸ ਮਿਲਦੀ ਹੈ। 3 ਫੇਸ ਸਪਲਾਈ ਨੂੰ ਆਪਾਂ ਇੱਕ ਤਾਂ ਇਹਨੂੰ ਸਿੰਗਲ ਫੇਸ ਦੇ ਵਿੱਚ ਕਨਵਰਟ ਕਰਕੇ ਯੂਜ਼ ਕਰਨਾ, ਨਾਲੇ ਜਿਹੜੇ ਆਪਣੇ 3 ਫੇਸ ਸਪਲਾਈ ਆਉਂਦੀ ਆ ਉਹਨੂੰ ਬੈਲੈਂਸ ਲੋਡ ਬਣਾ ਕੇ ਰੱਖਣਾ ਵਾ। ਜਿਹੜਾ ਲੋਡ ਆ ਉਹ ਉਹਨਾਂ 3 ਫੇਸਾਂ ਦੇ ਉੱਤੇ ਬੈਲੈਂਸ ਬਣਾ ਕੇ ਰੱਖਣਾ। ਇਸ ਵਾਸਤੇ ਆਪਾਂ ਜਿਹੜੇ ਇਹਨੂੰ ਜਿਵੇਂ ਆ ਡਾਇਗਰਾਮ ਦਿੱਤਾ ਹੋਇਆ, ਇੱਦਾਂ ਜਿਹੜੇ ਹਰੇਕ ਫੇਸ ਦੇ ਵਿੱਚ ਆਪਾਂ ਨਿਊਟਰਲ ਸੈਕਸ਼ਨ ਪ੍ਰੋਵਾਈਡ ਕਰਾਉਂਦੇ ਹਾਂ। ਜਿਵੇਂ ਆਹ ਰੈੱਡ ਫੇਸ ਦਿੱਤਾ ਹੈ, ਇਹਦੀ ਦੂਰੀ ਇੱਕ ਸਬ ਸੈਕਸ਼ਨਿੰਗ ਪੈਰਲਲ ਪੋਸਟ ਦੀ ਤਕਰੀਬਨ 30 ਤੋਂ 40 ਕਿਲੋਮੀਟਰ ਹੁੰਦੀ ਹੈ, ਜਿਹੜੀ ਆਪਾਂ ਡਿਸਕਸ ਕਰ ਚੁੱਕੇ ਹਾਂ। ਉਸ ਤੋਂ ਬਾਅਦ ਜਿਹੜਾ ਨਿਊਟਰਲ ਸੈਕਸ਼ਨ ਪ੍ਰੋਵਾਈਡ ਕੀਤਾ ਜਾਂਦਾ ਵਾ। ਨਿਊਟਰਲ ਸੈਕਸ਼ਨ ਕੀ ਹੁੰਦਾ ਵਾ? ਨਿਊਟਰਲ ਸੈਕਸ਼ਨ ਇੱਕ ਡੈੱਡ ਜ਼ੋਨ ਹੁੰਦਾ ਵਾ, ਜਿਹਦੇ ਵਿੱਚ ਕੋਈ ਸਪਲਾਈ ਨਹੀਂ ਹੁੰਦੀ। ਇਸ ਦੌਰਾਨ ਜਿਹੜਾ ਲੋਕੋਮੋਟਿਵ ਨੂੰ ਆਪਦੀ ਮੋਮੈਂਟਮ ਦੇ ਨਾਲ ਇਹਨੂੰ ਨਿਊਟਰਲ ਜ਼ੋਨ ਨੂੰ ਕਲੀਅਰ ਕਰਨਾ ਪੈਂਦਾ, ਜਾਂ ਨਿਊਟਰਲ ਸੈਕਸ਼ਨ ਨੂੰ ਕਹਿ ਲਓ ਕਲੀਅਰ ਕਰਨਾ ਪੈਂਦਾ ਵਾ। ਇਸ ਵਾਸਤੇ ਜਿਹੜਾ ਨਿਊਟਰਲ ਸੈਕਸ਼ਨ ਹੋਣਾ ਕਿੱਥੇ ਚਾਹੀਦਾ ਵਾ, ਉਹਦਾ ਵੀ ਖਿਆਲ ਰੱਖਣਾ ਪੈਂਦਾ ਆਪਾਂ ਨੂੰ। ਇੱਕ ਤਾਂ ਇਹਨਾਂ ਨੂੰ ਆਪਾਂ ਨੂੰ ਸਟੋਪਿੰਗ ਸਿਗਨਲ ਦੇ ਤੋਂ ਦੂਰ ਪ੍ਰੋਵਾਈਡ ਕਰਾਉਣਾ ਪੈਂਦਾ ਨਿਊਟਰਲ ਜ਼ੋਨ ਜਿਹੜਾ, ਜਾਂ ਨਿਊਟਰਲ ਸੈਕਸ਼ਨ, ਅਤੇ ਜਾਂ ਇਹਨੂੰ ਆਪਾਂ ਜਿਹੜਾ ਕ੍ਰੋਸਿੰਗ ਲੈਵਲ ਤੋਂ ਦੂਰ ਕਰਨਾ ਪੈਂਦਾ ਵਾ। ਇਹ ਖਿਆਲ ਰੱਖਣਾ ਪੈਂਦਾ ਦੋਨਾਂ ਚੀਜ਼ਾਂ ਦਾ, ਸਟੋਪਿੰਗ ਸਿਗਨਲ ਅਤੇ ਕ੍ਰੋਸਿੰਗ ਤੋਂ ਇਹ ਦੂਰ ਰੱਖਿਆ ਜਾਂਦਾ। ਅਤੇ ਹੋਰ ਇਹਨੂੰ ਕਿੱਥੇ ਨਹੀਂ ਲਾਉਣਾ ਆਪਾਂ? ਅਪ ਗ੍ਰੇਡੀਐਂਟ ਮਤਲਬ ਜਿੱਥੇ ਚੜ੍ਹਾਈ ਆ, ਜਿਹੜੀ ਆਪਣੀ ਲਾਈਨ ਜਿੱਥੇ ਵੀ ਉਹ ਸਲੋਪ ਮਤਲਬ ਅਪਵਰਡ ਨੂੰ ਜਾ ਰਹੀ ਆ, ਅਤੇ ਉੱਥੇ ਆਪਾਂ ਇਹਨੂੰ ਨਹੀਂ ਲਾਉਣਾ, ਕਿਉਂਕਿ ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਇਸ ਦੌਰਾਨ ਇਹਨੇ ਮੋਮੈਂਟਮ ਥਰੂ ਆਪਣਾ ਨਿਊਟਰਲ ਸੈਕਸ਼ਨ ਨੂੰ ਕ੍ਰੋਸ ਕਰਨਾ ਵਾ। ਜੇ ਆਪਾਂ ਉਸ ਚੜ੍ਹਾਈ 'ਤੇ ਕੋਈ ਵੀ ਆਪਾਂ ਨਿਊਟਰਲ ਸੈਕਸ਼ਨ ਬਣਾਵਾਂਗੇ ਤਾਂ ਉਸ ਦੌਰਾਨ ਜਿਹੜਾ ਆਪਣਾ ਲੋਕੋਮੋਟਿਵ ਉਹ ਰੁਕ ਸਕਦਾ ਵਾ। ਇਸ ਵਾਸਤੇ ਇਹਨੂੰ ਜਾਂ ਤਾਂ ਆਪਾਂ ਫਲੈਟ ਸਰਫੇਸ 'ਤੇ ਬਣਾਉਂਦੇ ਹਾਂ, ਜਾਂ ਡਾਊਨ ਗ੍ਰੇਡੀਐਂਟ 'ਤੇ ਬਣਾ ਸਕਦੇ ਹਾਂ ਆਪਾਂ, ਜਿੱਥੇ ਵੀ ਉਤਰਾਈ ਆ ਉੱਥੇ ਬਣਾ ਸਕਦੇ ਹਾਂ। ਫਿਰ ਆਪਣੀ ਸ਼ਾਰਪ ਕਰਵ ਦੇ ਉੱਤੇ ਨਹੀਂ ਇਹਨੂੰ ਕਰ ਸਕਦੇ। ਜਿੱਥੇ ਕੋਈ ਵੀ ਸ਼ਾਰਪ ਮੋੜ ਆ, ਉਸ ਦੌਰਾਨ ਜਿਹੜੀ ਆਪਾਂ ਨੂੰ ਲੋਕੋਮੋਟਿਵ ਦੀ ਸਪੀਡ ਘਟਾਉਣੀ ਪੈਂਦੀ ਆ। ਤਾਂ ਕਰਕੇ ਇਹਨੂੰ ਜਿਹੜਾ ਸਿੱਧੀ ਲਾਈਨ, ਜਿੱਥੇ ਸਟਰੇਟ ਲਾਈਨ ਆ, ਉੱਥੇ ਹੀ ਆਪਾਂ ਨਿਊਟਰਲ ਸੈਕਸ਼ਨ ਨੂੰ ਲਾਉਣਾ ਵਾ, ਤਾਂ ਕਿ ਜਿਹੜੀ ਆਪਣੀ ਲੋਕੋਮੋਟਿਵ ਦੀ ਸਪੀਡ ਨਾ ਘਟੇ ਅਤੇ ਆਪਦੇ ਮੋਮੈਂਟਮ ਦੇ ਨਾਲ ਉਹ ਇਸ ਜ਼ੋਨ ਨੂੰ ਜਾਂ ਇਸ ਸੈਕਸ਼ਨ ਨੂੰ ਪਾਰ ਕਰ ਜਾਵੇ। ਇਸ ਵਾਸਤੇ ਜਿਹੜਾ ਆਪਾਂ ਨੂੰ ਜਦੋਂ ਇੱਕ ਫੇਸ ਤੋਂ ਦੂਜੇ ਫੇਸ ਤੱਕ ਜਾਣਾ ਵਾ, ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਵਾ ਬਲੂ ਫੇਸ ਟੂ ਰੈੱਡ ਫੇਸ, ਜੇ ਆਪਣਾ ਲੋਕੋਮੋਟਿਵ ਮੂਵ ਕਰ ਰਿਹਾ ਵਾ, ਉਸ ਦੌਰਾਨ ਜਿਹੜੇ ਆਪਣੇ ਵਿਚਾਲੇ ਨਿਊਟਰਲ ਸੈਕਸ਼ਨ ਆਊਗਾ। ਇਸ ਦੌਰਾਨ ਜਦੋਂ ਬਲੂ ਫੇਸ ਤੋਂ ਰੈੱਡ ਫੇਸ 'ਤੇ ਜਾਣਾ ਵਾ ਆਪਣੇ ਲੋਕੋਮੋਟਿਵ ਨੇ, ਉਸ ਦੌਰਾਨ ਆਪਾਂ ਨੂੰ ਲੋਕੋਮੋਟਿਵ ਦੀ ਸਪਲਾਈ ਬੰਦ ਕਰਨੀ ਪੈਂਦੀ ਆ। ਸਪਲਾਈ ਬੰਦ ਕਰਨ ਵਾਸਤੇ ਜਿਹੜਾ ਲੋਕੋਮੋਟਿਵ ਦਾ ਜਿਹੜਾ ਲੋਕੋ ਪਾਇਲਟ ਹੁੰਦਾ ਵਾ, ਉਹਨੂੰ ਇੰਸਟਰਕਸ਼ਨ ਬੋਰਡ ਲਾਏ ਜਾਂਦੇ ਆ, ਜਿਹੜੀ ਕਿ ਆਪਣਾ 500 ਮੀਟਰ ਦੀ ਦੂਰੀ ਤੋਂ ਪਹਿਲਾਂ ਆਪਾਂ ਇੱਕ ਬੋਰਡ ਲਾਉਂਦੇ ਹਾਂ, ਨਿਊਟਰਲ ਸੈਕਸ਼ਨ ਵਾਰਨਿੰਗ ਬੋਰਡ ਜਿਹਨੂੰ ਕਹਿੰਦੇ ਆਪਾਂ।
ਫਿਰ ਉਹਨੂੰ 250 ਮੀਟਰ ਦੀ ਦੂਰੀ 'ਤੇ ਆਪਾਂ ਬੋਰਡ ਲਾਉਂਦੇ ਹਾਂ। ਫਿਰ ਜਦੋਂ ਆਪਣਾ ਨਿਊਟਰਲ ਸੈਕਸ਼ਨ ਇਮੀਡੀਏਟਲੀ ਅਹੈਡ ਜਦੋਂ ਆਉਣ ਵਾਲਾ ਹੁੰਦਾ ਵਾ, ਉੱਥੇ ਬੋਰਡ ਲਾਇਆ ਜਾਂਦਾ ਵਾ। 3 ਬੋਰਡ ਮਤਲਬ ਨਿਊਟਰਲ ਸੈਕਸ਼ਨ ਤੋਂ ਪਹਿਲੋਂ ਲਾਏ ਜਾਂਦੇ ਆ। ਅਤੇ ਫਿਰ ਜਦੋਂ ਨਿਊਟਰਲ ਸੈਕਸ਼ਨ ਪਾਸ ਕਰ ਜਾਂਦਾ, ਉਹ ਤਾਂ ਆਪਣਾ ਸਾਈਨ ਬੋਰਡ ਲੱਗਿਆ ਹੁੰਦਾ ਵੀ ਜਿਹੜਾ ਆਪਣਾ ਪੈਂਟੋਗ੍ਰਾਫ ਆਪਾਂ ਥੱਲੇ ਨੂੰ ਕੀਤਾ ਵਾ, ਲੋਅਰ ਕੀਤਾ ਵਾ ਪੈਂਟੋ ਨੂੰ, ਤਾਂ ਉਹਨੂੰ ਰਾਈਜ਼ ਕਰਕੇ ਆਪਣਾ ਕੰਟੈਕਟ ਬਣਾ ਕੇ ਜਿਹੜੀ ਸਪਲਾਈ ਆਪਾਂ ਲੋਕੋਮੋਟਿਵ ਨੂੰ ਦੂਜੇ ਫੇਸ ਤੋਂ ਲੈ ਕੇ ਫਰਦਰ ਅੱਗੇ ਮੂਵ ਕਰ ਸਕੀਏ ਆਪਾਂ। ਇਹ ਹੋ ਗਿਆ ਆਪਣਾ ਜਿਹੜਾ ਨਿਊਟਰਲ ਸੈਕਸ਼ਨ ਕੀ ਹੁੰਦਾ। ਨਿਊਟਰਲ ਸੈਕਸ਼ਨ 2 ਤਰ੍ਹਾਂ ਦਾ ਹੁੰਦਾ ਅੱਗੇ। ਪਹਿਲਾ ਹੁੰਦਾ ਕਨਵੈਨਸ਼ਨਲ ਟਾਈਪ ਨਿਊਟਰਲ ਸੈਕਸ਼ਨ। ਕਨਵੈਨਸ਼ਨਲ ਟਾਈਪ ਨਿਊਟਰਲ ਸੈਕਸ਼ਨ ਦੇ ਵਿੱਚ ਜਿਹੜਾ ਮੇਨ ਸਪੈਨ ਲੈਂਥ ਹੁੰਦੀ ਹੈ ਉਹ 49.5 ਮੀਟਰ ਦੀ ਹੁੰਦੀ ਹੈ। 49.5 ਮੀਟਰ ਦੀ ਲੈਂਥ ਦੌਰਾਨ ਜਿਹੜਾ ਨਿਊਟਰਲ ਜ਼ੋਨ ਹੁੰਦਾ ਵਾ। ਉਸ ਤੋਂ ਪਹਿਲਾਂ ਆਪਾਂ ਇਹਦੇ 'ਚ ਥੋੜ੍ਹਾ ਜਿਹਾ ਡਾਇਗਰਾਮ ਦੇ ਵਿੱਚ ਸਮਝ ਲਈਏ ਹੈ ਕੀ ਆ। ਜਿਹੜਾ ਯੈਲੋ ਡੋਟਡ ਲਾਈਨ ਆ, ਇਹ ਪ੍ਰੀਵੀਅਸ ਜਿਹੜਾ ਫੇਸ ਆ ਆਪਣਾ, ਜਿਹੜਾ ਪਹਿਲੋਂ ਫੇਸ ਆ, ਉੱਥੋਂ ਸਪਲਾਈ ਜਿਹੜੀ ਆਪਾਂ ਲੈ ਰਹੇ ਹਾਂ। ਅਤੇ ਗਰੀਨ ਜਿਹੜੀ ਡਾਰਕ ਲਾਈਨ ਆ, ਥਿੱਕ ਲਾਈਨ ਆ, ਉਸ ਦੌਰਾਨ ਜਿਹੜਾ ਆਪਣਾ ਨਿਊਟਰਲ ਜ਼ੋਨ ਆ, ਉੱਥੇ ਸਪਲਾਈ ਕੋਈ ਨਹੀਂ ਹੈਗੀ ਆਪਣੀ, ਮਤਲਬ ਕੰਡਕਟਰ ਲੱਗਿਆ ਹੋਊਗਾ, ਉੱਥੇ ਸਪਲਾਈ ਨਹੀਂ ਹੋਊਗੀ ਕੋਈ ਵੀ। ਅਤੇ ਫਿਰ ਜਦੋਂ ਬਲਿਊ ਡੋਟਡ ਲਾਈਨ ਆਊਗੀ, ਉਸ ਤੋਂ ਨੈਕਸਟ ਫੇਸ ਦੀ ਜਿਹੜੀ ਸਪਲਾਈ ਆਪਾਂ ਨੂੰ ਜਿਹੜਾ ਆਪਣਾ ਲੋਕੋਮੋਟਿਵ ਆ ਉਹ ਲੈ ਸਕਦਾ ਵਾ ਉਹਦੇ ਤੋਂ। ਇਸ ਦੇ ਵਿੱਚ 41 ਮੀਟਰ ਦਾ ਜਿਹੜਾ ਡਿਸਟੈਂਸ ਆ ਉਹਨੂੰ ਬਣਾ ਕੇ ਰੱਖਦੇ ਆ, ਕਿਉਂਕਿ ਜਿਹੜਾ ਜੇ ਆਪਣੀ ਟ੍ਰੇਨ ਦੇ ਅੱਗੇ 3 ਲੋਕੋਮੋਟਿਵ ਲੱਗੇ ਹੋਣਗੇ ਤਾਂ ਉਹ 41 ਮੀਟਰ ਦੀ ਲੈਂਥ ਬਣ ਜਾਂਦੀ ਹੈ। ਉਹਨੂੰ ਕਲੀਅਰ ਕਰਨ ਵਾਸਤੇ ਆਪਾਂ ਜਿਹੜਾ ਇਹਦੀ ਲੈਂਥ, ਸਪੈਨ ਲੈਂਥ ਆ ਜਿਹੜੀ, ਉਹ 49.5 ਮੀਟਰ ਲੈਂਥ ਰੱਖਦੇ ਹਾਂ, ਤਾਂ ਕਿ ਜਿਹੜਾ ਲੋਕੋਮੋਟਿਵ ਆ ਉਹ ਈਜ਼ੀਲੀ ਇਹਨੂੰ ਮਤਲਬ ਕਵਰ ਕਰ ਜੇ ਅਤੇ ਆਪਣੀ ਕੋਈ ਫੋਲਟ ਨਾ ਆਵੇ। ਇਹਦੀ ਐਡਵਾਂਟੇਜਿਸ ਇਹੀ ਆ ਵੀ ਇਹ ਮੇਨਟੇਨੈਂਸ ਫਰੀ ਹੁੰਦਾ ਵਾ, ਕਿਉਂਕਿ ਜਦੋਂ ਆਪਾਂ ਆਫ ਸਪਲਾਈ ਦੇ ਵਿੱਚ ਇੱਥੋਂ ਲੋਕੋਮੋਟਿਵ ਨੂੰ ਕੱਢਾਂਗੇ ਤਾਂ ਇਹਦੇ 'ਚ ਕੋਈ ਫੋਲਟ ਪੈਣ ਦਾ ਖਤਰਾ ਜਿਹੜਾ ਬਹੁਤ ਘੱਟ ਜਾਂਦਾ ਵਾ, ਬਹੁਤ ਘੱਟ ਜਾਂਦਾ ਕਿ ਨਾ ਮਾਤਰ ਹੀ ਹੁੰਦਾ ਵਾ। ਬਟ ਇਹਦੀ ਡਿਸਐਡਵਾਂਟੇਜਿਸ ਕੀ ਆ, ਜਦੋਂ ਡੈੱਡ ਜ਼ੋਨ ਹੁੰਦਾ ਵਾ, ਜੇ ਉਸ ਦੌਰਾਨ ਕੋਈ ਪੈਸੰਜਰ ਚੇਨ ਪੁੱਲ ਕਰ ਦੇਵੇ ਤਾਂ ਉਸ ਡੈੱਡ ਜ਼ੋਨ ਦੇ ਵਿੱਚ ਜਿਹੜੀ ਆਪਣੀ ਟ੍ਰੇਨ ਆ ਉਹ ਰੁਕ ਸਕਦੀ ਹੈ। ਜਾਂ ਬੈਡ ਡਰਾਈਵਿੰਗ ਕਰਕੇ ਜਿਹੜਾ ਜੇ ਆਪਣੀ ਡਰਾਈਵਰ ਦੀ ਕੋਈ ਗਲਤੀ ਹੋ ਜੇ, ਉਹ ਉਸ ਦੌਰਾਨ ਵੀ ਇਹ ਜਿਹੜੀ ਟ੍ਰੇਨ ਉੱਥੇ ਰੁਕ ਸਕਦੀ ਹੈ। ਉਹਦੇ ਵਾਸਤੇ ਆਪਾਂ ਨੂੰ ਅਸਿਸਟੈਂਟ ਲੋਕੋਮੋਟਿਵ ਯੂਨਿਟ ਲਿਆ ਕੇ ਉਹਨੂੰ ਉੱਥੋਂ ਖਿੱਚਣਾ ਪੈਂਦਾ ਵਾ। ਨੈਕਸਟ ਇਹਦੀ ਟਾਈਪ ਹੈਗੀ ਆ ਸ਼ਾਰਟ ਨਿਊਟਰਲ ਸੈਕਸ਼ਨ। ਸ਼ਾਰਟ ਨਿਊਟਰਲ ਸੈਕਸ਼ਨ ਆ ਜਿਹੜਾ ਉਹ 5 ਮੀਟਰ ਦਾ ਹੁੰਦਾ ਵਾ। ਇਹਦੇ 'ਚ ਆਪਣਾ ਸੈਕਸ਼ਨਿੰਗ ਇੰਸੂਲੇਟਰ ਯੂਜ਼ ਕਰਦੇ ਹਾਂ ਆਪਾਂ। ਇਸ ਦੌਰਾਨ ਜਿਹੜੀ ਸਪੀਡ ਲਿਮਿਟ ਉਹ ਰੱਖਣੀ ਪੈਂਦੀ ਆ ਆਪਾਂ ਨੂੰ 100 ਕਿਲੋਮੀਟਰ ਪਰ ਆਵਰ। ਜੇ ਆਪਣਾ ਰਨਰ ਜਿਹੜੇ ਸੈਕਸ਼ਨਿੰਗ ਇੰਸੂਲੇਟਰ ਦੇ ਰਨਰ ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਣਾ ਲੋਕੋਮੋਟਿਵ ਮੂਵ ਕਰ ਰਿਹਾ ਉਸ ਡਾਇਰੈਕਸ਼ਨ ਦੇ ਵਿੱਚ ਤਾਂ 100 ਕਿਲੋਮੀਟਰ ਰੱਖਣੀ ਪੈਂਦੀ ਹੈ। ਜੇ ਉਸ ਤੋਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ ਤਾਂ ਜਿਹੜੀ ਇਹਦੀ ਸਪੀਡ ਆਪਾਂ ਨੂੰ 70 ਕਿਲੋਮੀਟਰ ਪਰ ਆਵਰ ਰੱਖਣੀ ਪੈਂਦੀ ਹੈ। ਇਹ ਹੋ ਗਿਆ ਆਪਣਾ ਨਿਊਟਰਲ ਸੈਕਸ਼ਨ। ਥੈਂਕ ਯੂ। ਨੈਕਸਟ ਟੋਪਿਕ ਫਿਰ ਆਪਾਂ ਨੈਕਸਟ ਟਾਈਮ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।